जियो के घर जाता, शब्द अतीत अनाहद राता। जिन राम जानिया तिनै पछानिया, ज्यों गूंगे साकर मन मानिया। ऐसा ज्ञान कथै बनवारी, मन रे पवन दृढ़ सुख मन नारी। रहाओ सो गुर करो, जे बहुर न करना। सो पद रवो, जे बहुर न रमना। सो ध्यान धरो, जे बहुर न धरना। ऐसे मरो, जे बहुर न मरना। उल्टी गंगा जवन मिलावो, बिन जल संगम मन में नहावो। लोचा समसर ए व्यवहारा, तत् विचार क्या अवर विचारा। आप तेज बाय पृथ्वी आकाशा, ऐसी रहत रहो हर पासा। कह कबीर निरंजन ध्यावो, तित घर जाऊं जे बहुर न आऊं। वाहिगुरु जी का खालसा, वाहिगुरु जी की फतेह। परम सत्कारयोग सतगुरां दी साजी निवाजी साध संगत जीओ। गुरबाणी ਦੀ ਵਿਚਾਰ ਕਰਨ ਵਾਸਤੇ ਗੁਰਮਤਿ ਸਿਧਾਂਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮੈਂ ਬਹੁਤ ਦੇਰ ਤੋਂ ਇਸ ਯਤਨ ਵਿੱਚ ਚਲਦਿਆਂ ਬਹੁਤ ਸਾਰੇ ਸਟੀਕ ਪੜ੍ਹੇ ਹਨ, ਜਿਨ੍ਹਾਂ ਵਿੱਚ ਪੰਡਤ ਗਿਆਨੀ ਨਰੈਣ ਸਿੰਘ ਜੀ ਮੁਜੰਗਾਂ ਵਾਲੇ, ਗਿਆਨੀ ਬਿਸ਼ਨ ਸਿੰਘ ਜੀ, ਪੰਡਤ ਤਾਰਾ ਸਿੰਘ ਜੀ ਨਰੋਤਮ ਤਥਾ ਫਰੀਦਕੋਟ ਵਾਲਾ ਸਟੀਕ ਵੀ ਦੇਖਿਆ ਹੈ। ਅੱਜ ਕੱਲ੍ਹ ਸੰਤ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਦਾ ਸਟੀਕ ਵੀ ਵਿਚਾਰਨ ਦਾ ਯਤਨ ਕਰਦਾ, ਪਰ ਉਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੇ ਗੁਰਬਾਣੀ ਦੇ ਅਰਥਾਂ ਨੂੰ ਜਾਂ ਖਾਸ ਕਰਕੇ ਭਗਤ ਬਾਣੀ ਦੇ ਅਰਥਾਂ ਨੂੰ ਵੇਦਾਂਤ ਦੇ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ, ਜਿਹੜਾ ਕਿ ਆਮ ਜਗਿਆਸੂਆਂ ਨੂੰ ਸਮਝ ਵਿੱਚ ਆਉਣ ਲਈ ਕਾਫੀ ਕਠਿਨਾਈ ਆਉਂਦੀ। ਕਿਉਂਕਿ ਜਦੋਂ ਮੇਰੇ ਵਰਗੇ ਜਿਹੜੇ ਚਿਰਾਂ ਤੋਂ ਬਾਣੀ ਦਾ ਪਾਠ ਤੇ ਕਥਾ ਵੀ ਕਰਦੇ ਨੇ, ਉਹਨਾਂ ਨੂੰ ਹੀ ਉਲਝਣ ਪੈਦਾ ਹੋ ਜਾਂਦੀ। ਇੱਕ ਇੱਕ ਪੰਗਤੀ ਜਾਂ ਇੱਕ ਇੱਕ ਸ਼ਬਦ ਦੇ ਕਈ ਕਈ ਅਰਥ ਕਰਨ ਦੇ ਨਾਲ ਬੰਦਾ ਆਪ ਵੀ ਨਿਰਣਾ ਨਹੀਂ ਕਰ ਸਕਦਾ ਕਿ ਕਿਹੜੀ ਗੱਲ ਠੀਕ ਹੈ ਤੇ ਕਿਹੜੀ ਗਲਤ, ਤੇ ਸਰੋਤੇ ਵੀ ਭੰਬਲ ਭੂਸੇ ਵਿੱਚ ਪੈ ਜਾਂਦੇ ਨੇ ਵੀ ਕਿਹਨੂੰ ਠੀਕ ਮੰਨੀਏ ਕਿਹਨੂੰ ਗਲਤ ਮੰਨੀਏ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਤਥਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੀ ਉਹਨਾਂ ਮਿਥਿਹਾਸਕ ਤਥਾ ਯੋਗ ਮਤ ਦੀਆਂ ਗੱਲਾਂ ਦੇ ਸੰਕੇਤ ਤੇ ਮਿਲਦੇ ਹਨ, ਤੇ ਭਗਤ ਬਾਣੀ ਵਿੱਚ ਤੇ ਉਹਨਾਂ ਦੀ ਬਹੁਲਤਾ ਹੈ। ਪਰ ਸਾਨੂੰ ਉਸ ਰਸਤੇ ਦੀ ਲੋੜ ਹੈ ਜਿਹੜਾ ਗ੍ਰਸਤ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਆਪਣੀ ਕਿਰਤਕਾਰ ਕਰਦਿਆਂ ਅਸੀਂ ਆਪਣੇ ਜੀਵਨ ਨੂੰ ਸੁਖਮਈ ਬਣਾ ਸਕੀਏ। ਕਿਉਂਕਿ ਗੁਰੂ ਮਹਾਰਾਜ ਨੇ ਫਰਮਾਇਆ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ। ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕੈ ਉਪਦੇਸ਼। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜੋਗ ਦੇ ਚਿੰਨ੍ਹਾਂ ਨੂੰ ਵਰਣਨ ਕਰਕੇ ਆਪਣਾ ਮਤ ਸਮਝਾਇਆ, ਜਿਵੇਂ ਮੁੰਦਾਂ ਸੰਤੋਖ ਸ਼ਰਮ ਪਤ ਝੋਲੀ,
ध्यान की करें विभूत खिंथा काल कुआरी काया जुगत डंडा परती आई पंथी सगल जमाती मन जीते जग जीत आदेश तिस आदेश आद अनील अनाद अनाह जुग जुग एको विस। ਜਦੋਂ ਇਹਨਾਂ ਪੌੜੀਆਂ ਪੰਕਤੀਆਂ ਦੇ ਵਿਚਾਰ ਕੀਤੇ ਤਾਂ ਯੋਗ ਦੀਆਂ ਉਹਨਾਂ ਗੱਲਾਂ ਦਾ ਵਰਣਨ ਤੇ ਹੈ, ਪਰ ਨਾਲ ਨਾਲ ਗੁਰਮਤਿ ਦੀ ਗੱਲ ਦੱਸੀ ਹੈ ਕਿ ਭਾਈ ਅਸਲ ਜੁੜਨ ਦਾ ਤਰੀਕਾ ਇਹ ਹੈ। ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਸੌਖਾ ਤੇ ਸਰਲ ਰਸਤਾ ਜਿਹੜਾ ਆਮ ਜਗਿਆਸੂਆਂ ਨੂੰ ਸਮਝ ਵਿੱਚ ਵੀ ਆਵੇ, ਉਹਨਾਂ ਲਈ ਕਲਿਆਣਕਾਰੀ ਵੀ ਹੋਵੇ। ਤੋ ਆਓ ਇਸ ਸ਼ਬਦ ਦੀ ਵਿਚਾਰ ਵਿੱਚ ਜੁੜੀਏ। ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਹਨ, ਐਸਾ ਗਿਆਨ ਕਥੈ ਬਨਵਾਰੀ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ। ਐਸਾ ਗਿਆਨ, ਇਹੋ ਜਿਹਾ ਗਿਆਨ ਕਥੈ ਬਨਵਾਰੀ, ਬਨਵਾਰੀ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ, ਜਿਹੜਾ ਸੰਸਾਰ ਰੂਪੀ ਬਨ ਦਾ, ਜੰਗਲ ਦਾ, ਬਾਗ ਦਾ ਮਾਲੀ ਹੈ। ਐਸਾ ਗਿਆਨ ਕਥੈ ਬਨਵਾਰੀ, ਉਸ ਬਨਵਾਰੀ ਪਰਮਾਤਮਾ ਦੀ ਕਿਰਪਾ ਨਾਲ ਇਹੋ ਜਿਹਾ ਗਿਆਨ ਕਥਨਾ ਕਰ। ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ, ਹੇ ਮਨ ਪਵਨ ਦ੍ਰਿੜ, ਆਪਣੇ ਸਵਾਸਾਂ ਨੂੰ ਪੱਕਾ ਕਰ, ਭਾਵ ਪ੍ਰਭੂ ਦੇ ਸਿਮਰਨ ਵਿੱਚ ਜੋੜਨਾ ਕਰ। ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ, ਭਾਵ ਇਹਨਾਂ ਸਵਾਸਾਂ ਨੂੰ ਇਹਦੇ ਵਿੱਚ ਦ੍ਰਿੜ ਕਰਨਾ ਕਰ। ਪਵਨ ਦਾ ਇੱਥੇ ਮਤਲਬ ਹੈ ਸਵਾਸ। ਇਹੋ ਹੀ ਤੇਰੇ ਲਈ ਸੁਖ ਮਨ ਨਾਰੀ ਹੈ, ਕਿਉਂਕਿ ਜੋਗ ਵਾਲੇ ਏੜਾ ਪਿੰਗੁਲਾ ਤੇ ਉਹਨਾਂ ਦੋਹਾਂ ਦਾ ਜਿੱਥੇ ਸੰਗਮ ਹੁੰਦਾ ਉਸ ਨੂੰ ਤ੍ਰਿਵੇਣੀ ਕਹਿੰਦੇ ਨੇ ਤਥਾ ਸੁਖਮਨਾ ਕਹਿੰਦੇ ਨੇ। ਭਗਤ ਜੀ ਕਹਿੰਦੇ ਨੇ ਜਿਹੜਾ ਉਸ ਪਰਮਾਤਮਾ ਦੇ ਨਾਮ ਦੀ ਚਰਚਾ ਵਿਚਾਰ ਕਰਨੀ ਔਰ ਆਪਣੇ ਸਵਾਸਾਂ ਨੂੰ ਦ੍ਰਿੜ ਕਰਨਾ ਸਿਮਰਨ ਵਿੱਚ, ਇਹੋ ਹੀ ਸੁਖਮਨਾ ਨਾਰੀ ਹੈ। ਇਹੋ ਹੀ ਉਹ ਅਵਸਥਾ ਹੈ ਜਿਸ ਨੂੰ ਸੁਖਮਨ ਨਾਰੀ ਕਿਹਾ ਜਾਂਦਾ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਸੱਚਮੁੱਚ ਜਿਹੜੇ ਅਭਿਆਸੀ ਪੁਰਸ਼ ਨੇ, ਜਿਨ੍ਹਾਂ ਨੇ ਇਸ ਤਰ੍ਹਾਂ ਸਵਾਸ ਗਿਰਾਸ ਪਰਮਾਤਮਾ ਦੇ ਨਾਮ ਜਪਣ ਦਾ ਅਭਿਆਸ ਪੱਕਾ ਕਰ ਲਿਆ, ਉਹ ਸਦਾ ਹੀ ਸੁੱਖ ਤੇ ਆਨੰਦ ਵਿੱਚ ਰਹਿੰਦੇ। ਹੁਣ ਭਗਤ ਜੀ ਇੱਕ ਸਵਾਲ ਦਾ ਜਵਾਬ ਵੀ ਦਿੰਦੇ ਹਨ, ਤਥਾ ਮਹਾਂਪੁਰਖ ਆਪ ਹੀ ਸਾਨੂੰ ਇਹ ਸਮਝਾਉਂਦੇ ਨੇ ਕਿ ਪਿੰਡ ਮੂਵੈ ਜਿਉ ਕੇ ਘਰ ਜਾਤਾ। ਪਿੰਡ ਮੂਵੈ, ਪਿੰਡ ਦਾ ਮਤਲਬ ਹੈ ਸਰੀਰ। ਜਦੋਂ ਸਰੀਰ ਦੀ ਇਹ ਹਸਤੀ ਖਤਮ ਹੋ ਜਾਂਦੀ, ਇਹ ਜੀਵ ਕਿੱਥੇ ਜਾਂਦਾ? ਕਿ ਘਰ ਜਾਤਾ। ਪਹਿਲਾਂ ਤੇ ਇਹਦਾ ਉਚਾਰਨ ਕਹਿ ਨਹੀਂ ਕਰਨਾ, ਕਿ ਕਰਨਾ। ਫਿਰ ਘਰ ਦੇ ਰਾਰੇ ਨੂੰ ਸਿਆਰੀ ਹੈ, ਕਿਹੜੇ ਘਰ ਵਿੱਚ ਜਾਂਦਾ, ਇਹਦਾ ਕਿੱਥੇ ਟਿਕਾਣਾ। ਪਿੰਡ ਮੂਵੈ, ਜਦੋਂ ਇਹ ਸਰੀਰ ਨੂੰ ਛੱਡਦਾ ਹੈ ਜੀਵ ਆਤਮਾ, ਜਿਉ ਕੇ ਘਰ ਜਾਤਾ, ਇਹ ਜੀਵ ਕਿੱਥੇ ਜਾਂਦਾ, ਕਿਹੜੇ ਘਰ ਵਿੱਚ ਜਾ ਕੇ ਟਿਕਦਾ। ਸ਼ਬਦ ਅਤੀਤ ਅਨਾਹਦ ਰਾਤਾ, ਸ਼ਬਦ ਦੇ ਦੱਦੇ ਨੂੰ ਸਿਆਰੀ ਹੈ, ਸ਼ਬਦ ਦੁਆਰਾ। ਜਿਹੜਾ ਜਗਿਆਸੂ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਪਰਮਾਤਮਾ ਦਾ ਸਿਮਰਨ ਕਰਦਾ, ਉਹ ਅਤੀਤ ਅਨਾਹਦ ਰਾਤਾ, ਉਹ ਪਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ, ਅਤੀਤ ਹੈ, ਅਨਾਹਦ ਜਿਸ ਦੀ ਕੋਈ ਹੱਦ ਸੀਮਾ ਨਹੀਂ ਜਾਣੀ ਜਾ ਸਕਦੀ, ਉਹਦੇ ਵਿੱਚ ਰਾਤਾ ਰੰਗਿਆ ਜਾਂਦਾ। ਪਿੰਡ ਮੂਹੈ ਜਿਉ ਕੇ ਘਰ ਜਾਤਾ,
ਸ਼ਬਦ ਅਤੀਤ ਅਨਾਹਦ ਰਾਤਾਂ। ਕਿਉਂਕਿ ਸ਼ਬਦ ਦੇ ਦੱਦੇ ਨੂੰ ਸਿਹਾਰੀ ਨੂੰ ਸਮਝਣਾ ਪਵੇਗਾ। ਸ਼ਬਦ ਦੁਆਰਾ, ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਉਸ ਪਰਮਾਤਮਾ ਵਿੱਚ ਜੋ ਅਤੀਤ ਹੈ, ਅਨਾਹਦ ਹੈ, ਉਹਦੇ ਵਿੱਚ ਰੰਗਿਆ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਗੱਲ ਸਮਝਾਈ। ਗੁਰਮੁਖ ਸਾਚੇ ਕਾ ਪਉ ਪਾਵੇ, ਗੁਰਮੁਖ ਬਾਣੀ ਅਕੜ ਕੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਚ ਸਮਾਵੇ। ਪਿੰਡ ਮੂਹੈ ਜਿਉ ਕੇ ਘਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾਂ। ਹੁਣ ਕਿਉਂਕਿ ਕਮੀ ਸਾਡੇ ਵਿੱਚ ਹੈ, ਅਸੀਂ ਸ਼ਬਦ ਨੂੰ ਗੁਰੂ ਕਹਿੰਦੇ ਵੀ ਹਾਂ, ਸ਼ਬਦ ਨੂੰ ਮੱਥਾ ਟੇਕਦੇ ਵੀ ਹਾਂ, ਪਰ ਸ਼ਬਦ ਦੀ ਵਿਚਾਰ ਕਰਦੇ ਹੀ ਨਹੀਂ। ਸ਼ਬਦ ਦੁਆਰਾ ਉਹਨਾਂ ਗੁਣਾਂ ਨੂੰ ਧਾਰਨ ਕਰਨ ਵਾਲੇ ਪਾਸੇ ਤੁਰਦੇ ਹੀ ਨਹੀਂ, ਹੇਠਾਂ ਹੀ ਹੇਠਾਂ ਰਹੀ ਜਾਂਦੇ। ਫਿਰ ਭਗਤ ਜੀ ਕਹਿੰਦੇ ਨੇ, ਜਿਨ ਰਾਮ ਜਾਣਿਆ ਤਿਨੈ ਪਛਾਨਿਆ। ਜਿੰਦੇ ਨੰਨੇ ਨੂੰ ਸਿਆਰੀ ਜਿਨ੍ਹਾਂ ਨੇ ਉਸ ਰਮੇ ਹੋਏ ਰਾਮ ਨੂੰ ਗੁਰੂ ਦੇ ਸ਼ਬਦ ਰਾਹੀਂ ਜਾਣ ਲਿਆ, ਤਿਨੈ ਪਛਾਨਿਆ, ਉਹਨਾਂ ਨੂੰ ਪਛਾਣ ਹੋ ਗਈ। ਭਾਵ ਉਹਨਾਂ ਨੇ ਪਰਮਾਤਮਾ ਨੂੰ ਜ਼ਰੇ ਜ਼ਰੇ ਕਣ ਕਣ ਵਿੱਚ ਦੇਖ ਲਿਆ। ਜਿਉਂ ਗੂੰਗੇ ਸਾਖਰ ਮਨ ਮਾਨਿਆ। ਜਿਉਂ ਮੈਨਾਂ ਜਿਵੇਂ ਗੂੰਗੇ ਨੇ ਸ਼ੱਕਰ ਖਾਧੀ, ਹੁਣ ਉਹਨੂੰ ਸਵਾਦ ਤੇ ਆਇਆ, ਉਹਦਾ ਮਨ ਤੇ ਮੰਨ ਗਿਆ ਉਸ ਮਿੱਠੇ ਨੂੰ, ਰਸ ਨੂੰ ਲੈ ਕੇ, ਪਰ ਉਹ ਬਿਆਨ ਨਹੀਂ ਕਰ ਸਕਦਾ। ਜਿਨ ਰਾਮ ਜਾਣਿਆ ਤਿਨੈ ਪਛਾਨਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ। ਹੁਣ ਆਮ ਲੋਕ ਇਹ ਚਾਹੁੰਦੇ ਨੇ ਕਿ ਦੱਸੋ ਰੱਬ ਦੇ ਨਾਮ ਵਿੱਚ ਕਿੰਨਾ ਸਵਾਦ ਹੈ। ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ ਕਿਹਾ ਕਿ ਮੇਰੇ ਕੋਲ ਬਹੁਤ ਲੋਕ ਆਉਂਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਨ। ਮੈਂ ਉਹਨਾਂ ਨੂੰ ਕਹਿਣਾ ਵੀ ਮੇਰੇ ਕਹਿਣ ਦੇ ਨਾਲ ਤੁਹਾਡੀ ਤਸੱਲੀ ਨਹੀਂ ਹੋਣੀ। ਜੇ ਮੈਂ ਕਹਿ ਵੀ ਦਿਆਂ ਤੁਹਾਨੂੰ ਕਿਵੇਂ ਸਵਾਦ ਆਵੇਗਾ। ਇਹ ਤਾਂ ਉਹ ਅਵਸਥਾ ਹੈ ਜਿਨ ਰਾਮ ਜਾਣਿਆ ਤਿਨੈ ਪਛਾਨਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ। ਫਿਰ ਲੋਕ ਹੱਟ ਕਰਦੇ ਨੇ, ਜੀ ਕੁਝ ਤਾਂ ਦੱਸੋ। ਕਬੀਰ ਜੀ ਕਹਿੰਦੇ ਨੇ, ਕਬੀਰ ਦੇਖ ਕਹਿ ਕੇ ਕਹੋ, ਕਹੇ ਨ ਕੋ ਪਤੀ ਆਏ, ਹਰ ਜੈਸਾ ਤੈਸਾ ਉਹੀ ਰਹੋ ਹਰਖ ਗੁਣ ਗਾਏ। ਜਿਉਂ ਗੂੰਗੇ ਸਾਕਰ ਮਨ ਮਾਨਿਆ। ਜਿਵੇਂ ਗੂੰਗੇ ਨੇ ਸ਼ੱਕਰ ਖਾਧੀ ਹੈ, ਉਹਨੂੰ ਮਿੱਠੀ ਲੱਗੀ ਹੈ, ਪਰ ਜੇ ਤੁਸੀਂ ਉਹਨੂੰ ਹੱਟ ਕਰੋ ਕਿ ਦੱਸੇ ਬਈ ਸਵਾਦ ਦੱਸੋ, ਉਹ ਕੀ ਦੱਸੇਗਾ। ਬੜੀ ਡੂੰਘੀ ਗੱਲ ਕਹੀ ਭਗਤ ਜੀ ਨੇ। ਹੁਣ ਅਸੀਂ ਜਿਹੜੇ ਸਿਰਫ ਗਿਣਤੀਆਂ ਮਿਣਤੀਆਂ ਦੇ ਪਾਠ ਕਰਨ ਤੱਕ ਰਹਿ ਗਏ, ਸਾਨੂੰ ਕਦੋਂ ਇਸ ਦੀ ਵਿਚਾਰ ਆਵੇ। ਫਿਰ ਧਿਆਨ ਦਿਓ, ਪਿੰਡ ਮੂਹੈ ਜਿਉ ਕੇ ਘਰ ਜਾਤਾ, ਸ਼ਬਦ ਅਤੀਤ ਅਨਾਹਦ ਰਾਤਾਂ। ਜਿਨ ਰਾਮ ਜਾਣਿਆ ਤਿਨੈ ਪਛਾਨਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ। ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ। ਆਖਿਆ ਪ੍ਰਭੂ ਦੀ ਕਿਰਪਾ ਦੁਆਰਾ ਜਿਹੜਾ ਇਸ ਤਰ੍ਹਾਂ ਦੇ ਗਿਆਨ ਨੂੰ ਵਿਚਾਰਦਾ ਹੈ, ਜਿਹਨੂੰ ਸਮਝ ਆ ਜਾਂਦੀ, ਉਹ ਆਪਣੇ ਮਨ ਨੂੰ ਤਿਆਰ ਕਰਦਾ ਹੈ। ਪਵਨ ਦ੍ਰਿੜ, ਆਪਣੇ ਸਵਾਸਾਂ ਨੂੰ ਪੱਕਾ ਕਰ। ਭਾਵ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਚ ਸਮਾਵੇ।
ਉਹ ਫਿਰ ਸੱਚ ਵਿੱਚ ਸਮਾ ਜਾਂਦਾ। ਤਾਂ ਤੇ ਭਗਤ ਜੀ ਨੇ ਕਿਹਾ ਇਹ ਗੱਲਾਂ ਬਾਤਾਂ ਦਾ ਸਬਜੈਕਟ ਨਹੀਂ ਹੈ, ਇਹ ਸਿਰਫ ਚੁੰਚ ਗਿਆਨ ਦਾ ਮਸਲਾ ਨਹੀਂ ਹੈਗਾ। ਇਹ ਤਾਂ ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪ੍ਰਵਾਨ। ਆਓ ਇਸ ਮਾਰਗ ਤੇ ਚਲੀ। ਸੋ ਗੁਰ ਕਰੋ ਜੇ ਬਹੁਰ ਨ ਕਰਨਾ। ਐਸੇ ਗੁਰੂ ਦਾ ਪੱਲਾ ਫੜੋ, ਐਸੇ ਗੁਰੂ ਦੇ ਦੱਸੇ ਰਾਹ ਤੇ ਤੁਰੋ ਜੇ ਫਿਰ ਹੋਰ ਗੁਰੂ ਦੀ ਭਾਲ ਨਾ ਕਰਨੀ ਪਵੇ। ਕਿਉਂਕਿ ਕਾਚੇ ਗੁਰ ਤੇ ਮੁਕਤ ਨਾ ਹੋਈ। ਅੱਜ ਅਸੀਂ ਦੇਖ ਰਹੇ ਹਾਂ ਇਹ ਗੱਲ ਤੇ ਲੋਕਾਂ ਨੂੰ ਦ੍ਰਿੜਾਈ ਚਾਹੀ ਪਕਾਈ ਜਾ ਰਹੀ ਹੈ ਜੀ, ਗੁਰੂ ਬਿਨਾਂ ਗਤ ਨਹੀਂ। ਲੋਕ ਵਿਚਾਰੇ ਭੋਲੇ ਭਾਲੇ ਗੁਰੂ ਧਾਰਨ ਕਰ ਲੈਂਦੇ, ਪਰ ਉਹ ਗੁਰੂ ਜੀ ਵਿੱਚੋਂ ਕੁਝ ਹੋਰ ਹੀ ਨਿਕਲ ਆਉਂਦਾ। ਹੁਣ ਉਹ ਵਿਚਾਰੇ ਪਛਤਾਉਂਦੇ ਫਿਰਦੇ ਨੇ ਵੀ ਜਿਨ੍ਹਾਂ ਦੇ ਗੁਰੂ ਜੀ ਨੂੰ ਬਲਾਤਕਾਰੀ ਹੋਣ ਦਾ ਸਰਟੀਫਿਕੇਟ ਮਿਲ ਗਿਆ, ਜਿਹੜੇ ਗੁਰੂ ਜੀ ਨੂੰ 20-20 ਸਾਲ ਦੀਆਂ ਕੈਦਾਂ ਹੋ ਗਈਆਂ, ਹੁਣ ਉਹ ਗੁਰੂ ਕੀ ਕਿਸੇ ਦਾ ਭਲਾ ਕਰਨਗੇ। ਕਾਚੇ ਗੁਰ ਤੇ ਮੁਕਤ ਨਾ ਹੋਈ। ਭਗਤ ਜੀ ਕਹਿੰਦੇ ਨੇ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ। ਐਸੇ ਪੂਰੇ ਗੁਰੂ ਦਾ ਪੱਲਾ ਫੜੋ ਜੇ ਫਿਰ ਦੁਬਾਰਾ ਕਿਸੇ ਗੁਰੂ ਦੀ ਭਾਲ ਹੀ ਨਾ ਕਰਨੀ ਪਵੇ। ਸੋ ਪਦ ਰਵੋ ਜੇ ਬਹੁਰ ਨਾ ਰਮਨਾ। ਸੋ ਪਦ ਰਵੋ, ਉਸ ਪਦਵੀ ਨੂੰ ਪ੍ਰਾਪਤ ਕਰਨਾ ਕਰੋ ਜਿਹੜਾ ਫਿਰ ਤੁਹਾਨੂੰ ਭਟਕਣਾ ਨਾ ਪਵੇ, ਫਿਰ ਹੋਰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਾ ਪਵੇ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਉਸ ਪਰਮਾਤਮਾ ਨਾਲ ਆਪਣਾ ਧਿਆਨ ਧਾਰਨਾ ਕਰੋ ਜਿਹੜਾ ਫਿਰ ਦੁਬਾਰਾ ਹੋਰ ਕਿਸੇ ਪਾਸੇ ਵੱਲ ਝਾਕਣਾ ਹੀ ਨਾ ਪਵੇ। ਸਾਰੀ ਗੁਰਬਾਣੀ ਇਸੇ ਗੱਲ ਤੇ ਜ਼ੋਰ ਦੇ ਰਹੀ। ਭਾਈ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕੋ ਮਰਤੇ ਘੜੀ ਨਾ ਲੱਗੇ। ਜੇ ਮੰਗਣਾ ਹੈ ਤੇ ਇੱਕੋ ਚੀਜ਼ ਮੰਗੋ, ਜੇ ਜੁੜਨਾ ਹੈ ਤੇ ਇੱਕ ਨਾਲ ਜੁੜੋ, ਜੇ ਸਿਮਰਨਾ ਹੈ ਤੇ ਇੱਕ ਨੂੰ ਸਿਮਰੋ। ਸੋ ਗੁਰ ਕਰੋ ਜੇ ਬਹੁਰ ਨ ਕਰਨਾ। ਸੋ ਪਦ ਰਵੋ ਜੇ ਬਹੁਰ ਨ ਰਵਨਾ। ਸੋ ਧਿਆਨ ਧਰੋ ਜੇ ਬਹੁਰ ਨ ਧਰਨਾ। ਦੇਖੋ ਬੜੀਆਂ ਡੂੰਘੀਆਂ ਗੱਲਾਂ ਨੇ। ਹੁਣ ਜੇ ਅਸੀਂ ਅੱਜ ਕਿਸੇ ਦੀ ਮੂਰਤੀ ਵੱਲ ਧਿਆਨ ਰੱਖਦੇ ਹਾਂ, ਕੱਲ੍ਹ ਨੂੰ ਉਹ ਸਰੀਰ ਕਰਕੇ ਬਿਨਸ ਜਾਂਦਾ ਹੈ, ਫਿਰ ਨਵੀਂ ਮੂਰਤੀ ਲੱਭਾਂਗੇ, ਫਿਰ ਨਵੇਂ ਗੁਰੂ ਦੀ ਭਾਲ ਕਰਾਂਗੇ। ਭਾਈ ਉਹ ਪਰਮਾਤਮਾ ਨਾਲ ਜੁੜੋ, ਨਾ ਉਹ ਮਰੇ ਨਾ ਹੋਵੇ ਸੋਗ। ਦੇਂਦਾ ਰਹੇ ਨ ਚੁਕੇ ਭੋਗ। ਹਰ ਕੀ ਨਾਲ ਸੋ ਸਦਾ ਸੁਹਾਗਣ। ਰਾਂਡ ਨ ਮੈਲੇ ਵੇਸੇ। ਉਸ ਪਰਮਾਤਮਾ ਨਾਲ ਆਪਣਾ ਸੰਬੰਧ ਜੋੜਨਾ ਕਰੋ। ਫਿਰ ਆਖਿਆ ਸੋ ਧਿਆਨ ਧਰੋ ਜੇ ਬਹੁਰ ਨ ਧਰਨਾ। ਐਸੇ ਮਰੋ ਜੇ ਬਹੁਰ ਨ ਮਰਨਾ। ਹੁਣ ਮਰਨ ਦਾ ਕਿਹਦਾ ਜੀ ਕਰਦਾ? ਮਰਨੋ ਮਰਨ ਕਹਿ ਸਭ ਕੋਈ। ਸਹਿਜੇ ਮਰੈ ਅਮਰ ਹੋਏ ਸੋਈ। ਬਾਣੀ ਗੁਰੂ ਜੀ ਕਹਿੰਦੇ ਨੇ ਭਾਈ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ, ਆਪਣੇ ਦੇਹ ਅਧਿਆਸ ਨੂੰ, ਆਪਣੇ ਅਹੰਕਾਰ ਨੂੰ ਖਤਮ ਕਰਨਾ ਕਰੋ, ਫਿਰ ਤੁਹਾਨੂੰ ਮਰਨ ਜੰਮਣ ਦੇ ਚੱਕਰ ਵਿੱਚ ਪੈਣਾ ਹੀ ਨਹੀਂ ਪਵੇ। ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਐਸੇ ਮਰੋ ਜੇ ਬਹੁਰ ਨਾ ਮਰਨਾ। ਉਲਟੀ ਗੰਗਾ ਜਮਨ ਮਿਲਾਵੋ। ਉਲਟੀ ਗੰਗਾ ਜਮਨ ਮਿਲਾਵੋ। ਹੁਣ ਗੰਗਾ ਦਾ ਤੇ ਜਮਨਾ ਦਾ ਨਾਮ ਤੇ ਤੁਸੀਂ ਸੁਣਿਆ। ਸੱਜੀ ਖੱਬੀ ਸੁਰ ਨੂੰ ਗੰਗਾ ਤੇ ਜਮਨਾ ਕਹਿੰਦੇ। ਕਹਿੰਦੇ ਇਹਨਾਂ ਨੂੰ ਸੰਸਾਰ ਵੱਲੋਂ ਮੋੜ ਕੇ, ਉਲਟਾ ਕੇ, ਸੰਸਾਰੀ ਖੁਆਇਸ਼ਾਂ ਵੱਲੋਂ ਬਦਲ ਕੇ ਇੱਕ ਪਾਸੇ ਲਾਓ। ਉਲਟੀ ਗੰਗਾ ਜਮਨ ਮਿਲਾਵੋ। ਕਬੀਰ ਜੀ ਕਹਿੰਦੇ ਨੇ ਮੈਂ ਤੇ ਇਹ ਕਰਦਾ ਕਿ ਇਹ ਜਿਹੜੀਆਂ ਸਾਡੀਆਂ ਇੱਛਾਵਾਂ ਹਨ, ਇਹ ਸਾਡੇ ਮਨ ਵਿੱਚ ਫੁਰਨੇ ਹਨ, ਕਦੇ ਕਿਸੇ ਪਾਸੇ ਕਦੇ ਪਾਸੇ,
ਇਹਨਾਂ ਨੂੰ ਸੰਸਾਰ ਦੀ ਮਾਇਆ ਵੱਲੋਂ ਬਦਲ ਕੇ ਮਲਾਮੋਂ ਇਕੱਠੀਆਂ ਕਰਦਾ, ਭਾਵ ਪਰਮਾਤਮਾ ਨਾਲ ਜੋੜਦਾ। ਤੇ ਬਿਨ ਜਲ ਸੰਗਮ ਮਨ ਮੈਂ ਨਾਹੋ। ਹੁਣ ਸੰਗਮ ਕਿਸ ਨੂੰ ਕਹਿੰਦੇ ਨੇ? ਜਿੱਥੇ 3 ਨਦੀਆਂ ਸਾਡੇ ਸਨਾਤਨ ਹਿੰਦੂ ਮਤ ਦੇ ਵਿਚਾਰਾਂ ਮੁਤਾਬਕ ਇਲਾਹਾਬਾਦ ਦੇ ਅੰਦਰ ਉਹ ਸੰਗਮ ਹੈ, ਜਿੱਥੇ ਗੰਗਾ ਜਮਨਾ ਸਰਸਵਤੀ ਆ ਕੇ ਰਲਦੀਆਂ ਨੇ, ਉਹਨੂੰ ਸੰਗਮ ਕਹਿੰਦੇ ਨੇ, ਤ੍ਰਿਵੇਣੀ ਕਹਿੰਦੇ ਨੇ। ਔਰ ਉਸ ਤ੍ਰਿਵੇਣੀ ਉੱਤੇ ਇਸ਼ਨਾਨ ਕਰਨ ਦਾ ਬੜਾ ਮਹੱਤਵ ਮੰਨਿਆ ਜਾਂਦਾ। ਭਗਤ ਜੀ ਕਹਿੰਦੇ ਨੇ, ਮੈਂ ਤੇ ਇਸ ਏੜਾ ਪਿੰਗਲਾ ਨੂੰ ਤਥਾ ਇਹਨਾਂ ਸੁਰਾਂ ਨੂੰ ਬਦਲ ਕੇ ਮਾਇਆ ਵੱਲੋਂ ਹਟਾ ਕੇ ਇੱਕ ਪਰਮਾਤਮਾ ਵੱਲ ਆਉਣਾ। ਤੇ ਬਿਨ ਜਲ ਸੰਗਮ ਮਨ ਮੈਂ ਨਾ ਹੋ। ਉਹ ਜਗ੍ਹਾ ਜਿੱਥੇ ਕੋਈ ਸੰਗਮ ਪਾਣੀ ਨਹੀਂ ਹੈਗਾ, ਬਿਨਾਂ ਪਾਣੀ ਤੋਂ ਉਹ ਸੰਗਮ ਵਿੱਚ ਮਨ ਮੈਂ ਨਾਵੋਂ। ਹੁਣ ਨੰਨੇ ਦੇ ਪੈਰ ਵਿੱਚ ਅੱਧਾ ਹਾਹਾ ਹੈ, ਇਸ ਨੂੰ ਥੋੜਾ ਜਿਹਾ ਭਾਰਾ ਕਰਕੇ ਨਾਵੋਂ ਬੋਲਣਾ। ਮੈਂ ਤਾਂ ਉੱਥੇ ਇਸ਼ਨਾਨ ਕਰਦਾ। ਤੇ ਲੋਚਾ ਸਮਸਰ ਇਹ ਵਿਵਹਾਰਾ। ਹੁਣ ਲੋਚਾ ਦਾ ਮਤਲਬ ਹੈ ਇੱਛਾ, ਸਮਸਰ ਦਾ ਮਤਲਬ ਹੈ ਬਰਾਬਰ। ਜਗ੍ਹਾ ਜਗ੍ਹਾ ਤੇ ਭਟਕਣ ਦੀ ਬਜਾਏ ਮੈਂ ਇੱਕ ਪਰਮਾਤਮਾ ਨਾਲ ਜੁੜਦਾ। ਲੋਚਾ ਸਮਸਰ ਇਹ ਵਿਵਹਾਰਾ, ਇਹਨੂੰ ਆਪਣਾ ਵਿਵਹਾਰ ਬਣਾਉਂਦਾ ਹਾਂ। ਤਤ ਵਿਚਾਰ ਕਿਆ ਅਵਰ ਵਿਚਾਰਾ। ਉਸ ਤਤ ਪਰਮਾਤਮਾ ਨੂੰ ਵਿਚਾਰ ਕੇ, ਵਿਚਾਰ ਦੇ ਲਾਰੇ ਨੂੰ ਸਿਹਾਰੀ ਹੈ। ਕਿਆ ਅਵਰ ਵਿਚਾਰ, ਹੋਰ ਵਿਚਾਰਾਂ ਕਰਨ ਦੀ ਕੀ ਲੋੜ ਹੈ? ਹੋਰ ਪਾਸੇ ਧਿਆਨ ਧਰਨ ਦੀ ਕੀ ਲੋੜ ਹੈ? ਹੋਰ ਚੁੰਚ ਗਿਆਨ ਕਰਨ ਦੀ ਕੀ ਲੋੜ ਹੈ? ਲੋਚਾ ਸਮਸਰ ਇਹ ਵਿਵਹਾਰ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਨਾ, ਸਾਰਿਆਂ ਵਿੱਚ ਪਰਮਾਤਮਾ ਨੂੰ ਇੱਕੋ ਜਿਹਾ ਵਰਤਦਾ ਦੇਖਣਾ। ਕਹਿੰਦੇ ਤਤ ਵਿਚਾਰ ਕਿਆ ਅਵਰ ਵਿਚਾਰਾ। ਹੋਰ ਵਿਚਾਰ ਕਰਨ ਦੀ ਲੋੜ ਹੀ ਕੀ ਹੈ ਜਦੋਂ ਮੈਂ ਇਸ ਤੱਤ ਨੂੰ, ਅਸਲੀਅਤ ਨੂੰ ਵਿਚਾਰ ਲਿਆ। ਹੁਣ ਮੈਂ ਸੰਸਾਰ ਵਿੱਚ ਇਉਂ ਰਹਿੰਦਾ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਇਹ 5 ਉਹ ਤੱਤ ਹਨ ਜਿਨ੍ਹਾਂ ਨੂੰ ਰਲਾ ਕੇ ਸਾਡਾ ਸਰੀਰ ਬਣਦਾ। ਅਪ ਕਹੀਏ ਪਾਣੀ, ਤੇਜ ਕਹੀਏ ਅੱਗ, ਬਾਏ ਕਹੀਏ ਹਵਾ, ਪ੍ਰਿਥਵੀ ਕਹੀਏ ਧਰਤੀ, ਆਕਾਸ਼ ਕਹੀਏ ਆਕਾਸ਼। ਇਹਨਾਂ 5 ਦੇ ਜਿਹੜੇ ਗੁਣ ਹਨ ਉਹਨਾਂ ਨੂੰ ਮੈਂ ਆਪਣੇ ਵਿੱਚ ਧਾਰਨ ਕਰਦਾ। ਪਾਣੀ ਦਾ ਗੁਣ ਸ਼ੀਤਲਤਾ ਹੈ, ਤੇਜ ਦਾ ਅੱਗ ਗਰਮੀ ਹੈ, ਬਾਏ ਹਵਾ ਹੈ, ਪ੍ਰਿਥਵੀ ਧਰਤੀ ਧੀਰਜ ਹੈ, ਆਕਾਸ਼ ਜਿਹਦੇ 'ਚ ਕੋਈ ਵਿਕਸ਼ੇਪਤਾ ਨਹੀਂ। ਇਹ ਸਾਰੇ ਜਿਹੜੇ ਦੈਵੀ ਗੁਣ ਹਨ ਇਹਨਾਂ 5 ਤੱਤਾਂ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਐਸੀ ਰਹਿਤ ਰਹੋ ਹਰ ਪਾਸਾ। ਮੈਂ ਇਹੋ ਜਿਹੀ ਰਹਿਣੀ ਵਿੱਚ ਰਹਿੰਦਾ ਤੇ ਹਰੀ ਨੂੰ ਆਪਣੇ ਪਾਸ, ਆਪਣੇ ਕੋਲ, ਨੇੜੇ ਦੇਖਦਾ। ਕਹਿ ਕਬੀਰ ਨਿਰੰਜਨ ਧਿਆਉ, ਤਿਤ ਘਰ ਜਾਉ ਜੇ ਬਹੁਰ ਨਾ ਆਉ। ਕਬੀਰ ਜੀ ਕਹਿੰਦੇ ਨੇ, ਮੈਂ ਤੇ ਉਸ ਨਿਰੰਜਨ ਜੋ ਮਾਇਆ ਦੀ ਕਾਲਖ ਤੋਂ ਰਹਿਤਾ ਹੈ ਉਸ ਨੂੰ ਹਰ ਵੇਲੇ ਧਿਆਉਂਦਾ। ਤੇ ਤਿਤ ਘਰ ਜਾਉ, ਉਸ ਟਿਕਾਣੇ 'ਤੇ, ਉਸ ਸਥਾਨ 'ਤੇ ਜਾਂਦਾ। ਜੇ ਬਹੁਰ ਨਾ ਆਵੋ, ਜਿੱਥੋਂ ਮੈਨੂੰ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਨਾ ਪੈਣਾ ਪਵੇ। ਹੁਣ ਗੱਲ ਇਹ ਹੈ ਕਿ ਜਦੋਂ ਅਸੀਂ ਇਸ ਨੂੰ ਵੇਦਾਂਤ ਪੜ੍ਹੇ ਪੰਡਤਾਂ ਦੇ ਸਟੀਕਾਂ ਨਾਲ ਪੜ੍ਹਦੇ ਹਾਂ, ਉਹ ਕੁਝ ਹੋਰ ਹੀ ਉਲਝਾ ਦਿੰਦੇ। ਕਿਉਂਕਿ ਗੁਰਬਾਣੀ ਵਿੱਚ ਤਥਾ ਭਗਤ ਜੀ ਨੇ ਹਠ ਯੋਗ ਨੂੰ ਕੋਈ ਥਾਂ ਨਹੀਂ ਦਿੱਤੀ। ਉਹਨਾਂ ਨੇ ਤਾਂ ਸਹਿਜ ਯੋਗ ਦਾ ਮਾਰਗ ਦੱਸਿਆ। ਇਸ ਵਾਸਤੇ ਸਾਨੂੰ ਬੜੀ ਧੀਰਜ ਦੇ ਨਾਲ ਗੁਰਮਤਿ ਦੀ ਕਸਵੱਟੀ ਉੱਤੇ ਪਰਖ ਕੇ ਵਿਚਾਰ ਕਰਨੀ ਪਵੇਗੀ। ਕਿਉਂਕਿ ਇੱਥੇ ਹਠ ਯੋਗ ਦੀ ਕੋਈ ਗੱਲ ਨਹੀਂ। ਇਹ ਤਾਂ ਹੈ ਸਾਡੇ ਨਿਤਾ ਪ੍ਰਤੀ ਦੇ ਵਿਹਾਰ ਨੂੰ ਸ਼ੁੱਧ ਬਣਾਉਣਾ ਤੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਣਾ। ਫਿਰ ਗੁਰਮੁਖ ਰੋਮ ਰੋਮ ਹਰਿ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।